ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਕਰਦੇ ਹਾਂ ਜੀ ਅੱਜ ਦੀ ਕਹਾਣੀ ਸ਼ੁਰੂ। ਸਾਡੇ ਘਰ ਦੇ ਕੋਲ ਇੱਕ 60 ਸਾਲ ਦਾ ਬਾਬਾ ਆਪਣੀ ਜਵਾਨ ਕੁੜੀ ਦੇ ਨਾਲ ਰਹਿੰਦਾ ਸੀ। ਉਸ ਦੀ ਪਤਨੀ ਦੀ ਮੌਤ ਹੋ ਗਈ ਸੀ ਤੇ ਉਸ ਦੇ ਕੋਈ ਵੀ ਬੇਟਾ ਨਹੀਂ ਸੀ। ਉਸ ਦੀ ਉਹ ਜਵਾਨ ਕੁੜੀ ਬਹੁਤ ਹੀ ਜ਼ਿਆਦਾ ਸੋਹਣੀ ਸੁਨੱਖੀ ਸੀ। ਉਸ ਦੀ ਜਵਾਨ ਕੁੜੀ ਸੀ ਤੇ ਉਸ ਦੀ ਵਿਆਹੁਣ ਦੀ ਵੀ ਉਮਰ ਹੋ ਚੁੱਕੀ ਸੀ। ਜਦੋਂ ਕੋਈ ਵੀ ਰਿਸ਼ਤਾ ਲੈ ਕੇ ਉਸਦੇ ਘਰ ਜਾਂਦਾ ਤਾਂ ਉਹ ਬਾਬਾ ਉਸਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੰਦਾ ਸੀ। ਉਹਨੇ ਕਦੇ ਵੀ ਆਪਣੀ ਕੁੜੀ ਨੂੰ ਬਾਹਰ ਨਹੀਂ ਸੀ ਆਉਣ ਦਿੱਤਾ ਤੇ ਆਪਣੇ ਘਰ ਦਾ ਕਦੇ ਵੀ ਗੇਟ ਨਹੀਂ ਸੀ ਖੁੱਲ੍ਹਾ ਰੱਖਿਆ ਤੇ ਨਾ ਹੀ ਕਿਸੇ ਨੂੰ ਘਰ ਵਿੱਚ ਆਉਣ ਦਿੰਦਾ ਸੀ। ਮੈਂ ਜਦੋਂ ਵੀ ਉਸ ਕੁੜੀ ਨੂੰ ਦੇਖਦੀ ਤਾਂ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਉਸ ਦੇ ਨਾਲ ਗੱਲਾਂ ਬਾਤਾਂ ਕਰਾਂ, ਕਿਉਂਕਿ ਕੋਈ ਵੀ ਇਨਸਾਨ ਇਸ ਤਰ੍ਹਾਂ ਘਰ ਵਿੱਚ ਬੰਦ ਨਹੀਂ ਸੀ ਰਹਿ ਸਕਦਾ। ਮੈਨੂੰ ਉਸ ਤੇ ਤਰਸ ਆਉਂਦਾ ਸੀ। ਉਹ ਇੱਕ ਸੋਹਣੀ ਸੁਨੱਖੀ ਕੁੜੀ ਘਰ ਵਿੱਚ ਕੈਦਨ ਬਣ ਕੇ ਰਹਿ ਗਈ ਸੀ। ਇੱਕ ਦਿਨ ਮੈਂ ਆਪਣੀ ਮਾਂ ਨੂੰ ਕਿਹਾ ਕਿ ਮਾਂ, ਉਸ ਬਾਬੇ ਦੀ ਕੁੜੀ ਕੋਮਲ ਨੂੰ ਮੇਰਾ ਮਿਲਣ ਨੂੰ ਦਿਲ ਕਰਦਾ ਹੈ। ਪਤਾ ਨਹੀਂ ਉਹ ਵਿਚਾਰੀ ਕਿਵੇਂ ਘਰ ਵਿੱਚ ਇਕੱਲੀ ਰਹਿ ਰਹੀ ਆ। ਤਾਂ ਉਸਦਾ ਬੁੱਢਾ ਬਾਪ ਉਸ ਨੂੰ ਨਾ ਤਾਂ ਬਾਹਰ ਆਉਣ ਦਿੰਦਾ ਹੈ ਤੇ ਨਾ ਹੀ ਉਸ ਨੂੰ ਕਿਸੇ ਨਾਲ ਕੋਈ ਗੱਲਬਾਤ ਕਰਨ ਦਿੰਦਾ ਹੈ। ਤਾਂ ਮੇਰੀ ਮਾਂ ਨੇ ਮੈਨੂੰ ਝਿੜਕ ਦਿੱਤਾ ਤੇ ਕਿਹਾ, ਉਹ ਬਹੁਤ ਹੀ ਗੁੱਸੇ ਤੇ ਹੋਰ ਹੀ ਸੁਭਾਅ ਦਾ ਬੰਦਾ ਹੈ। ਉਹ ਕਿਸੇ ਨੂੰ ਵੀ ਆਪਣੇ ਘਰ ਵਿੱਚ ਨਹੀਂ ਆਉਣ ਦਿੰਦਾ। ਤੂੰ ਉਸ ਤੋਂ ਦੂਰ ਹੀ ਰਹਿ। ਖਬਰਦਾਰ ਜੇ ਤੂੰ ਉਹਨਾਂ ਦੇ ਘਰ ਗਈ। ਤਾਂ ਮੈਨੂੰ ਮੇਰੀ ਮਾਂ ਦੀ ਗੱਲ ਅਜੀਬ ਜਿਹੀ ਲੱਗੀ, ਕਿਉਂਕਿ ਉਹ ਬਾਬਾ ਆਪਣੀ ਕੁੜੀ ਨੂੰ ਕਿਸੇ ਨਾਲ ਬੋਲਣ ਨਹੀਂ ਸੀ ਦਿੰਦਾ। ਮੈਨੂੰ ਤਾਂ ਦਾਲ ਵਿੱਚ ਕੁਝ ਕਾਲਾ ਲੱਗਦਾ ਸੀ। ਇੱਕ ਦਿਨ ਮੈਂ ਆਪਣੇ ਗੁਆਂਢ ਵਿੱਚ ਰਹਿੰਦੀ ਆਂਟੀ ਕੋਲ ਗਈ ਤਾਂ ਮੈਂ ਆਂਟੀ ਕੋਲ ਉਸ ਕੋਮਲ ਬਾਰੇ ਗੱਲ ਕਰੀ। ਮੈਂ ਉਸ ਆਂਟੀ ਨੂੰ ਕਿਹਾ, ਜੋ ਉਸ ਬਾਬੇ ਦੀ ਕੁੜੀ ਕੋਮਲ ਹੈ, ਤੁਸੀਂ ਉਸ ਨੂੰ ਕਦੇ ਮਿਲੇ ਹੋ? ਤਾਂ ਆਂਟੀ ਕਹਿੰਦੀ, ਕਿੱਥੇ, ਉਹ ਬਾਬਾ ਤਾਂ ਕਿਸੇ ਨੂੰ ਆਪਣੇ ਘਰ ਵਿੱਚ ਵੜਨ ਨਹੀਂ ਦਿੰਦਾ। ਤੂੰ ਮਿਲਣ ਦੀ ਗੱਲ ਕਰ। ਮੈਨੂੰ ਤਾਂ ਇੰਜ ਲੱਗਦਾ ਉਹ ਤਾਂ ਉਸ ਕੁੜੀ ਨੂੰ ਤਾਂ ਉਸਨੇ ਗਲਤ ਤਰੀਕੇ ਨਾਲ ਹੀ ਘਰ ਵਿੱਚ ਰੱਖਿਆ ਹੈ। ਮੈਂ ਆਂਟੀ ਦੀ ਗੱਲ ਸਮਝ ਗਈ ਸੀ ਕਿ ਉਹ ਕੀ ਮੈਨੂੰ ਕਹਿਣਾ ਚਾਹੁੰਦੇ ਨੇ ਤੇ ਸਾਰੇ ਹੀ ਮੁਹੱਲੇ ਵਾਲੇ ਇਸੇ ਤਰ੍ਹਾਂ ਹੀ ਸ਼ੱਕ ਕਰਦੇ ਸੀ ਕਿ ਉਹ ਕੁੜੀ ਦੀ ਬਾਬੇ ਦੀ ਕੁੜੀ ਨਹੀਂ ਹੈ। ਮੈਂ ਤਾਂ ਉਸ ਆਂਟੀ ਦੀ ਗੱਲ ਸੁਣ ਕੇ ਹੋਰ ਵੀ ਪਰੇਸ਼ਾਨ ਹੋ ਗਈ, ਕਿਉਂਕਿ ਉਹਨਾਂ ਵਿਚਕਾਰ ਕੀ ਰਿਸ਼ਤਾ ਹੈ। ਮੈਂ ਹੁਣ ਸੋਚ ਲਿਆ ਸੀ ਕਿ ਉਹਨਾਂ ਦੀ ਮੈਂ ਸੱਚਾਈ ਪਤਾ ਕਰਕੇ ਹੀ ਰਹਾਂਗੀ। ਉਹਨਾਂ ਦੇ ਘਰ ਦੇ ਨਾਲ ਹੀ ਮੇਰੀ ਸਹੇਲੀ ਮੰਜੂ ਦਾ ਘਰ ਸੀ। ਮੈਂ ਇੱਕ ਦਿਨ ਆਪਣੀ ਸਹੇਲੀ ਦੇ ਘਰ ਗਈ ਤੇ ਮੈਂ ਮੰਜੂ ਨੂੰ ਕਿਹਾ ਕਿ ਮੰਜੂ, ਅੱਜ ਆਪਾਂ ਤੁਹਾਡੀ ਛੱਤ ਦੇ ਉੱਪਰ ਚੱਲੀਏ। ਤਾਂ ਮੰਜੂ ਨੇ ਕਿਹਾ ਕਿ ਤੂੰ ਛੱਤ ਉੱਪਰ ਜਾ ਕੇ ਕੀ ਕਰੇਂਗੀ? ਤਾਂ ਮੈਂ ਉਸ ਨੂੰ ਉਸ ਕੋਮਲ ਬਾਰੇ ਗੱਲ ਦੱਸੀ ਕਿ ਆਪਾਂ ਕੋਮਲ ਦੀ ਸੱਚਾਈ ਜਾਣ ਕੇ ਹੀ ਰਹਾਂਗੇ। ਤਾਂ ਮੰਜੂ ਨੇ ਮੈਨੂੰ ਝਟਕਦੇ ਹੋਏ ਕਿਹਾ ਕਿ ਤੂੰ ਇਹਨਾਂ ਤੋਂ ਦੂਰ ਹੀ ਰਹਿ। ਤੈਨੂੰ ਕੀ ਲੋੜ ਹੈ ਕਿਸੇ ਦੀ ਸੱਚਾਈ ਜਾਣਨ ਦੀ? ਇਹ ਬਾਬਾ ਬਹੁਤ ਹੀ ਖਤਰਨਾਕ ਸੁਭਾਅ ਦਾ ਹੈ। ਜੇ ਉਸ ਨੂੰ ਪਤਾ ਲੱਗ ਗਿਆ ਕਿ ਤੂੰ ਉਹਨਾਂ ਬਾਰੇ ਇਸ ਤਰ੍ਹਾਂ ਉਹਨਾਂ ਨੂੰ ਲੁੱਕ ਲੁੱਕ ਕੇ ਦੇਖਦੀ ਆ ਤਾਂ ਉਹ ਤੇਰੇ ਨਾਲ ਝਗੜਾ ਕਰੇਗਾ। ਮੈਂ ਮੰਜੂ ਨੂੰ ਕਿਹਾ ਕਿ ਮੈਂ ਤਾਂ ਉਹਨਾਂ ਦੀ ਸੱਚਾਈ ਜਾਣ ਕੇ ਹੀ ਰਹਾਂਗੀ ਕਿ ਆਖਿਰ ਕੋਮਲ ਤੇ ਉਸ ਬਾਬੇ ਦਾ ਕੀ ਰਿਸ਼ਤਾ ਹੈ। ਜੇ ਉਸ ਦੀ ਕੁੜੀ ਹੁੰਦੀ ਤਾਂ ਉਹ ਇੰਨਾ ਲੁਕੋ ਕੇ ਕਿਉਂ ਰੱਖਦਾ? ਮੈਂ ਮੰਜੂ ਨੂੰ ਕਿਹਾ ਕਿ ਮੈਂ ਤਾਂ ਤੁਹਾਡੀ ਛੱਤ ਦੇ ਉੱਪਰ ਜਾ ਕੇ ਰਹਾਂਗੀ। ਮੰਜੂ ਨੇ ਮੈਨੂੰ ਬਹੁਤ ਰੋਕਿਆ। ਫਿਰ ਮੰਜੂ ਵੀ ਮੇਰੇ ਮਗਰ ਮਗਰ ਆ ਗਈ ਤੇ ਮੇਰੇ ਅੱਗੇ ਹੱਥ ਜੋੜ ਕੇ ਕਹਿਣ ਲੱਗੀ ਕਿ ਤੂੰ ਉਹਨਾਂ ਦੇ ਘਰ ਵੱਲ ਨਾ ਦੇਖੀ, ਨਹੀਂ ਤਾਂ ਉਹ ਸਾਡੇ ਨਾਲ ਵੀ ਲੜਾਈ ਝਗੜਾ ਕਰੇਗਾ, ਕਿਉਂਕਿ ਉਹ ਸਾਡੇ ਗੁਆਂਢ ਵਿੱਚ ਹੀ ਨਵੇਂ ਆਏ ਸਨ। ਅਸੀਂ ਕਦੇ ਵੀ ਛੱਤ ਤੇ ਨਹੀਂ ਚੜੇ। ਤੈਨੂੰ ਕੀ ਲੋੜ ਹੈ ਉਹਨਾਂ ਦੀ ਸੱਚਾਈ ਜਾਣਨ ਦੀ? ਹੋ ਸਕਦਾ ਹੈ ਉਹ ਦੋਵੇਂ ਆਪਸ ਵਿੱਚ ਪਤੀ ਪਤਨੀ ਹੋਣ। ਤਾਂ ਹੁਣ ਕੋਮਲ ਦੀ ਵੀ ਕੋਈ ਮਜਬੂਰੀ ਹੋਵੇ ਜੋ ਇੰਨੀ ਵੱਡੀ ਉਮਰ ਦੇ ਬੰਦੇ ਨਾਲ ਉਸਨੇ ਵਿਆਹ ਕਰਵਾਇਆ। ਸ਼ਾਇਦ ਤਾਂ ਹੀ ਉਹ ਲੋਕਾਂ ਨਾਲ ਕੋਮਲ ਨੂੰ ਮਿਲਣ ਨਹੀਂ ਦਿੰਦਾ ਕਿ ਉਸ ਨੂੰ ਲੋਕ ਇੰਝ ਨਾ ਕਹਿਣ ਕਿ ਤੂੰ ਬੁੱਢੇ ਬੰਦੇ ਨਾਲ ਕਿਉਂ ਰਹਿ ਰਹੀ ਹੈ ਤੇ ਉਹ ਕਿਸੇ ਨੂੰ ਆਪਣੀ ਸੱਚਾਈ ਨਾ ਦੱਸ ਸਕੇ ਕਿ ਮੇਰਾ ਪਤੀ ਮੇਰੇ ਤੇ ਜ਼ੁਲਮ ਕਰਦਾ ਹੈ। ਫਿਰ ਮੈਂ ਮੰਜੂ ਨੂੰ ਕਿਹਾ ਕਿ ਮੈਂ ਤਾਂ ਉਸ ਕੁੜੀ ਦੇ ਰੋਣ ਦੀ ਆਵਾਜ਼ ਸੁਣੀ ਸੀ ਤੇ ਮੈਂ ਤਾਂ ਇਹ ਗੱਲ ਜਾਣ ਕੇ ਹੀ ਰਹਾਂਗੀ ਕਿ ਉਹ ਕਿਉਂ ਉੱਚੀ ਉੱਚੀ ਰੋ ਰਹੀ ਸੀ। ਤਾਂ ਮੰਜੂ ਨੇ ਮੈਨੂੰ ਕਿਹਾ ਕਿ ਤੂੰ ਆਪਣੇ ਕੰਮ ਨਾਲ ਮਤਲਬ ਰੱਖ। ਤੈਨੂੰ ਕੀ ਲੋੜ ਹੈ ਕਿਸੇ ਦੇ ਘਰ ਜੋ ਵੀ ਹੋਈ ਜਾਵੇ ਉਹਨਾਂ ਬਾਰੇ ਇਹ ਗੱਲ ਜਾਣਨ ਦੀ ਕਿ ਉਹ ਕਿਉਂ ਰੋ ਰਹੀ ਹੈ? ਉਹ ਕਿਸੇ ਨੂੰ ਆਪਣੇ ਘਰ ਵਿੱਚ ਵੜਨ ਤੱਕ ਨਹੀਂ ਦਿੰਦਾ। ਤੂੰ ਆਪਣੇ ਗਲ ਵਿੱਚ ਆਪ ਹੀ ਮੁਸੀਬਤ ਪਾ ਰਹੀ ਹੈ। ਅਸੀਂ ਹਜੇ ਆਪਸ ਵਿੱਚ ਜੁਦਾਈ ਹੀ ਕਰ ਰਹੀਆਂ ਸੀ ਕਿ ਇੰਨੇ ਨੂੰ ਮੈਨੂੰ ਕੋਮਲ ਆਪਣੇ ਵਿਹੜੇ ਵਿੱਚ ਤੁਰੀ ਜਾਂਦੀ ਦਿਖਾਈ ਦਿੱਤੀ ਤੇ ਮੈਂ ਮੰਜੂ ਨੂੰ ਕਿਹਾ ਕਿ ਮੈਂ ਉਸ ਦੇ ਨਾਲ ਹੁਣ ਗੱਲ ਕਰਾਂਗੀ। ਤਾਂ ਮੰਜੂ ਨੇ ਕਿਹਾ ਕਿ ਮੈਂ ਤਾਂ ਥੱਲੇ ਜਾ ਰਹੀ ਹਾਂ, ਤੂੰ ਹੀ ਗੱਲ ਕਰ ਲੈ।
ਮੇਰੇ ਤੋਂ ਬਿਨਾਂ ਵਜ੍ਹਾ ਉਸ ਬੁੱਢੇ ਤੋਂ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ। ਜਦੋਂ ਕੋਮਲ ਨੇ ਮੈਨੂੰ ਦੇਖਿਆ ਤਾਂ ਮੈਂ ਉਸ ਵੱਲ ਇਸ਼ਾਰਾ ਕਰਿਆ ਤਾਂ ਉਹ ਜਲਦੀ ਜਲਦੀ ਕਮਰੇ ਵਿੱਚ ਜਾਣ ਲੱਗੀ। ਮੈਂ ਉਸ ਨੂੰ ਆਵਾਜ਼ ਮਾਰੀ ਕਿ ਮੈਂ ਤੇਰੀ ਦੋਸਤ ਬਣਨਾ ਚਾਹੁੰਦੀ ਹਾਂ। ਜਦੋਂ ਉਸਨੇ ਦੋਸਤੀ ਦਾ ਸ਼ਬਦ ਸੁਣਿਆ ਤਾਂ ਉਹ ਮੇਰੇ ਵੱਲ ਇੱਕ ਉਦਾਸ ਜਿਹੇ ਚਿਹਰੇ ਨਾਲ ਦੇਖ ਕੇ ਮੇਰੇ ਵੱਲ ਥੋੜਾ ਜਿਹਾ ਮੁਸਕਰਾਈ। ਫਿਰ ਉਹ ਆਪਣੀਆਂ ਪੌੜੀਆਂ ਦੇ ਉੱਪਰ ਚੜ੍ਹ ਕੇ ਮੇਰੇ ਕੋਲ ਆਈ। ਸ਼ਾਇਦ ਉਹ ਬੁੱਢਾ ਘਰ ਵਿੱਚ ਨਹੀਂ ਸੀ ਤਾਂ ਉਹ ਮੇਰੇ ਕੋਲ ਆਈ ਤੇ ਮੈਂ ਉਸ ਨੂੰ ਕਿਹਾ ਕਿ ਦੇਖ ਕੋਮਲ, ਤੂੰ ਇੰਨਾ ਦੁਖੀ ਤੇ ਸਾਰਾ ਦਿਨ ਇਕੱਲੀ ਕਿਉਂ ਘਰ ਵਿੱਚ ਰੋਂਦੀ ਰਹਿੰਦੀ ਹੈ? ਤੇ ਸਾਰਾ ਦਿਨ ਇਕੱਲੇ ਹੀ ਘਰ ਵਿੱਚ ਰਹਿਣ ਪਿੱਛੇ ਕੀ ਕਾਰਨ ਹੈ? ਤੂੰ ਮੈਨੂੰ ਆਪਣੀ ਗੱਲ ਸੱਚ ਸੱਚ ਦੱਸ ਦੇ, ਮੈਂ ਤੇਰੀ ਮਦਦ ਕਰਾਂਗੀ ਤੇ ਮੈਂ ਤੇਰੀ ਦੋਸਤ ਬਣਨਾ ਚਾਹੁੰਦੀ ਹਾਂ। ਤੂੰ ਮੈਨੂੰ ਆਪਣੀ ਹਰ ਗੱਲ ਦੱਸ, ਤੈਨੂੰ ਜੋ ਵੀ ਕਿਸੇ ਚੀਜ਼ ਦੀ ਲੋੜ ਹੈ ਉਹ ਮੈਂ ਤੈਨੂੰ ਲਿਆ ਕੇ ਦੇਵਾਂਗੀ। ਕੋਮਲ ਭਰੀਆਂ ਅੱਖਾਂ ਦੇ ਨਾਲ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਦੋਸਤੀ ਕਰਕੇ ਕਿਉਂ ਆਪਣੀ ਜ਼ਿੰਦਗੀ ਬਰਬਾਦ ਕਰਨਾ ਚਾਹੁੰਦੀ ਹੈ? ਮੈਂ ਪਹਿਲਾਂ ਤਾਂ ਉਸ ਦੀ ਗੱਲ ਸੁਣ ਕੇ ਸਹਿਮ ਗਈ। ਫਿਰ ਮੈਂ ਕਰੜਾ ਜਿਹਾ ਦਿਲ ਕਰਕੇ ਕਿਹਾ ਕਿ ਕਿਉਂ, ਕੀ ਗੱਲ ਹੈ? ਤੂੰ ਮੈਨੂੰ ਸੱਚ ਸੱਚ ਗੱਲ ਦੱਸ ਦੇ, ਮੈਂ ਤੇਰੀ ਮਦਦ ਕਰਾਂਗੀ। ਤੂੰ ਮੈਨੂੰ ਆਪਣੇ ਦਿਲ ਦੀ ਗੱਲ ਦੱਸ, ਮੈਂ ਕਿਸੇ ਹੋਰ ਕੋਲੇ ਨਹੀਂ ਕਰਾਂਗੀ। ਜਦੋਂ ਮੈਂ ਇਹ ਗੱਲ ਕਹੀ ਤਾਂ ਉਹ ਹੱਸ ਕੇ ਕਹਿਣ ਲੱਗੀ ਕਿ ਮੈਂ ਤਾਂ ਇੱਕ ਬਦਕਿਸਮਤ ਕੁੜੀ ਹਾਂ ਤੇ ਮੈਨੂੰ ਮੇਰੇ ਪਿਓ ਇਸ ਘਰ ਵਿੱਚ ਬੰਦ ਕਰਕੇ ਰੱਖਿਆ ਹੈ। ਪਰ ਜਦੋਂ ਮੈਂ ਆਪਣੇ ਅਤੀਤ ਨੂੰ ਦੇਖਦੀ ਹਾਂ ਤਾਂ ਮੈਂ ਸੋਚਦੀ ਹਾਂ ਕਿ ਮੇਰੇ ਪਿਓ ਨੇ ਮੈਨੂੰ ਇਸ ਘਰ ਵਿੱਚ ਬੰਦ ਕਰਕੇ ਠੀਕ ਹੀ ਕਰਿਆ ਹੈ। ਮੈਂ ਇਸ ਦੇ ਹੀ ਲਾਇਕ ਸੀ। ਮੈਨੂੰ ਤਾਂ ਉਸ ਦੀ ਇਸ ਗੱਲ ਨੇ ਹੋਰ ਵੀ ਪਰੇਸ਼ਾਨ ਕਰ ਦਿੱਤਾ ਸੀ। ਉਹ ਤਾਂ ਮੇਰੇ ਨਾਲ ਬੁਝਾਰਤਾਂ ਪਾਉਣ ਲੱਗ ਗਈ। ਉਹ ਮੈਨੂੰ ਸਹੀ ਸਹੀ ਗੱਲ ਨਹੀਂ ਸੀ ਦੱਸ ਰਹੀ। ਮੈਨੂੰ ਡਰ ਸੀ ਕਿ ਉਹ ਬੁੱਢਾ ਬਾਬਾ ਆਪਣੇ ਘਰ ਨਾ ਆ ਜਾਵੇ ਤੇ ਜੇਕਰ ਉਸਨੇ ਮੈਨੂੰ ਕੋਮਲ ਦੇ ਨਾਲ ਗੱਲ ਕਰਦੇ ਦੇਖ ਲਿਆ ਤਾਂ ਸ਼ਾਇਦ ਉਹ ਮੈਨੂੰ ਜਾਨੋਂ ਹੀ ਮਾਰ ਦੇਵੇਗਾ। ਇਸ ਗੱਲ ਤੋਂ ਕੋਮਲ ਵੀ ਡਰ ਰਹੀ ਸੀ। ਇੰਨੇ ਨੂੰ ਮੰਜੂ ਉੱਪਰ ਆਈ ਤੇ ਕਹਿਣ ਲੱਗੀ ਕਿ ਤੇਰੀ ਮੰਮੀ ਤੈਨੂੰ ਬੁਲਾ ਰਹੀ ਹੈ। ਮੈਂ ਮੰਮੀ ਤੋਂ ਡਰਦੀ ਸੀ ਕਿਉਂਕਿ ਮੰਮੀ ਨੇ ਮੈਨੂੰ ਮਨਾ ਕਰਿਆ ਸੀ ਕਿ ਤੂੰ ਕੋਮਲ ਦੇ ਘਰ ਨਹੀਂ ਜਾਣਾ ਤੇ ਨਾ ਹੀ ਕੋਮਲ ਨੂੰ ਬੁਲਾਵੇਂਗੀ। ਮੈਂ ਜਲਦੀ ਜਲਦੀ ਥੱਲੇ ਆ ਗਈ ਤੇ ਆਪਣੀ ਮੰਮੀ ਦੇ ਨਾਲ ਆਪਣੇ ਘਰ ਚਲੀ ਗਈ। ਹੁਣ ਮੈਂ ਆਪਣੇ ਮਨ ਵਿੱਚ ਸੋਚ ਲਿਆ ਸੀ ਕਿ ਕੋਮਲ ਦੀ ਸੱਚਾਈ ਜਾਣ ਕੇ ਹੀ ਰਹਾਂਗੀ, ਚਾਹੇ ਮੈਨੂੰ ਕੁਝ ਵੀ ਕਰਨਾ ਪਵੇ। ਅਗਲੇ ਦਿਨ ਮੇਰੀ ਮੰਮੀ ਬਾਹਰ ਕਿਸੇ ਕੰਮ ਲਈ ਗਈ ਹੋਈ ਸੀ ਤਾਂ ਮੈਂ ਸੋਚਿਆ ਕਿ ਇਹੀ ਮੌਕਾ ਹੈ ਕਿ ਮੈਂ ਆਪਣੀ ਸਹੇਲੀ ਮੰਜੂ ਦੇ ਘਰ ਵਿੱਚ ਛੱਤ ਦੇ ਉੱਪਰ ਦੀ ਕੋਮਲ ਨਾਲ ਫਿਰ ਗੱਲ ਕਰਾਂ। ਜਦੋਂ ਮੈਂ ਜਲਦੀ ਜਲਦੀ ਮੰਜੂ ਦੇ ਘਰ ਪਹੁੰਚੀ ਤਾਂ ਮੈਂ ਮੰਜੂ ਨੂੰ ਬਿਨਾਂ ਦੱਸੇ ਉੱਪਰ ਚਲੀ ਗਈ ਤੇ ਜਦੋਂ ਮੈਂ ਕੋਮਲ ਦੇ ਘਰ ਵੱਲ ਦੇਖਿਆ ਤਾਂ ਕੋਮਲ ਬਾਹਰ ਵਿਹੜੇ ਦੇ ਕੋਨੇ ਵਿੱਚ ਬੈਠੀ ਰੋ ਰਹੀ ਸੀ। ਜਦੋਂ ਮੈਂ ਛੱਤ ਦੇ ਉੱਪਰ ਚੜੀ ਤਾਂ ਕੋਮਲ ਨੂੰ ਵੀ ਪਤਾ ਲੱਗ ਗਿਆ ਤੇ ਉਸਨੇ ਮੈਨੂੰ ਦੇਖ ਲਿਆ ਸੀ। ਮੈਂ ਕੋਮਲ ਨੂੰ ਉੱਪਰ ਆਉਣ ਦਾ ਇਸ਼ਾਰਾ ਕਰਿਆ ਪਰ ਕੋਮਲ ਨੇ ਰੋਂਦੇ ਹੋਏ ਮੈਨੂੰ ਕਿਹਾ ਕਿ ਤੂੰ ਹੀ ਸਾਡੇ ਘਰ ਆ ਜਾ। ਮੈਂ ਵੀ ਡਰਦੀ ਨੇ ਕਿਹਾ ਕਿ ਤੇਰਾ ਬਾਬਾ ਘਰ ਹੋਵੇਗਾ, ਉਹ ਮੈਨੂੰ ਜਾਨੋਂ ਮਾਰ ਦੇਵੇਗਾ। ਤਾਂ ਉਸਨੇ ਕਿਹਾ ਕਿ ਬਾਬਾ ਬਾਹਰ ਕਿਸੇ ਕੰਮ ਲਈ ਗਏ ਹੋਏ ਨੇ, ਤੂੰ ਜਲਦੀ ਜਲਦੀ ਸਾਡੇ ਘਰ ਆ ਜਾ। ਮੈਂ ਜਲਦੀ ਜਲਦੀ ਹੀ ਛੱਤ ਤੋਂ ਥੱਲੇ ਆਈ ਤੇ ਕੋਮਲ ਦੇ ਘਰ ਚਲੀ ਗਈ। ਕੋਮਲ ਦੇ ਘਰ ਦਾ ਗੇਟ ਥੋੜਾ ਜਿਹਾ ਖੁੱਲਾ ਹੋਇਆ ਸੀ। ਜਦੋਂ ਮੈਂ ਉਸ ਨੂੰ ਦੇਖਿਆ ਤਾਂ ਉਹ ਆਪਣੇ ਪੇਟ ਨੂੰ ਫੜ ਕੇ ਬੈਠੀ ਰੋ ਰਹੀ ਸੀ। ਤਾਂ ਮੈਂ ਕੋਮਲ ਨੂੰ ਕਿਹਾ, ਕੀ ਗੱਲ ਹੈ, ਤੇਰੇ ਪੇਟ ਵਿੱਚ ਦਰਦ ਹੋ ਰਿਹਾ ਹੈ? ਤਾਂ ਉਹ ਰੋਂਦੀ ਹੋਈ ਕੋਮਲ ਨੇ ਕਿਹਾ ਕਿ ਇਹ ਦਰਦ ਤਾਂ ਮੇਰੇ ਮਰਨ ਨਾਲ ਹੀ ਜਾਵੇਗਾ। ਉਸਦੀ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਆ ਗਏ। ਉਸਦੀ ਹਾਲਤ ਬਹੁਤ ਖਰਾਬ ਹੋ ਗਈ ਸੀ। ਤਾਂ ਮੈਂ ਕੋਮਲ ਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਦੇਖ ਕੋਮਲ, ਹਰ ਇੱਕ ਚੀਜ਼ ਦਾ ਹੱਲ ਹੈ। ਤੂੰ ਮੈਨੂੰ ਸਹੀ ਸਹੀ ਗੱਲ ਦੱਸ, ਮੈਂ ਤੇਰੀ ਹਰ ਪੱਖੋਂ ਮਦਦ ਕਰਾਂਗੀ। ਤਾਂ ਕੋਮਲ ਰੋਂਦੀ ਹੋਈ ਕਹਿਣ ਲੱਗੀ ਕਿ ਮੈਂ ਬਹੁਤ ਹੀ ਬਦਕਿਸਮਤ ਕੁੜੀ ਹਾਂ। ਮੈਂ ਤਾਂ ਇੱਕ ਪਾਪਣ ਹਾਂ। ਮੈਂ ਬਹੁਤ ਵੱਡਾ ਪਾਪ ਕੀਤਾ ਹੈ। ਉਧਰੋਂ ਵੱਡਾ ਪਾਪੀ ਮੇਰਾ ਪਿਓ ਹੈ। ਮੈਨੂੰ ਡਰ ਸੀ, ਮੇਰੇ ਕੋਲ ਟਾਈਮ ਵੀ ਘੱਟ ਸੀ। ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਮਾਰ ਦੇਵੇਗੀ। ਇੱਕ ਪਾਸੇ ਮੈਨੂੰ ਮੇਰੀ ਮਾਂ ਦਾ ਡਰ ਸੀ ਤੇ ਦੂਜੇ ਪਾਸੇ ਮੈਨੂੰ ਉਸ ਬੁੱਢੇ ਬਜ਼ੁਰਗ ਦਾ। ਜੇ ਉਹ ਬਜ਼ੁਰਗ ਘਰ ਆ ਗਿਆ ਤਾਂ ਉਹ ਮੈਨੂੰ ਸਾਰੇ ਮੁਹੱਲੇ ਵਿੱਚ ਮੇਰੀ ਬੇਇੱਜ਼ਤੀ ਕਰ ਦੇਵੇਗਾ। ਜਿਸ ਤਰ੍ਹਾਂ ਦੀ ਹਾਲਤ ਕੋਮਲ ਦੀ ਸੀ, ਜੇ ਤੁਸੀਂ ਮੇਰੀ ਜਗ੍ਹਾ ਹੁੰਦੇ ਤਾਂ ਸ਼ਾਇਦ ਤੁਸੀਂ ਵੀ ਇਸੇ ਤਰ੍ਹਾਂ ਹੀ ਦੁਖੀ ਹੋ ਜਾਂਦੇ। ਕੋਮਲ ਰੋਈ ਜਾ ਰਹੀ ਸੀ ਤਾਂ ਮੈਂ ਉਸਦੇ ਕਮਰੇ ਵੱਲ ਦੇਖਿਆ ਤਾਂ ਉਸਦੇ ਕਮਰੇ ਵਿੱਚ ਬਹੁਤ ਸਾਰਾ ਸਮਾਨ ਪਿਆ ਸੀ ਤੇ ਤਰ੍ਹਾਂ ਤਰ੍ਹਾਂ ਦੇ ਕੋਮਲ ਦੇ ਸੂਟ ਪਏ ਸਨ, ਪਰ ਇਹ ਸੂਟ ਕੋਮਲ ਨੇ ਕਦੇ ਵੀ ਨਹੀਂ ਸੀ ਪਾਏ। ਤਾਂ ਮੈਂ ਕੋਮਲ ਨੂੰ ਕਿਹਾ ਕਿ ਕੋਮਲ, ਤੇਰੇ ਕੋਲ ਤਾਂ ਇੰਨੇ ਵਧੀਆ ਕੱਪੜੇ ਨੇ ਤੇ ਤੂੰ ਪਾਟੇ ਕੱਪੜੇ ਕਿਉਂ ਪਾ ਕੇ ਰੱਖਦੀ ਆ? ਤਾਂ ਉਸਨੇ ਕਿਹਾ ਕਿ ਇਹ ਕੱਪੜੇ ਤਾਂ ਮੇਰੇ ਸੂਲਾਂ ਦੀ ਤਰ੍ਹਾਂ ਚੁੱਭਦੇ ਨੇ,
ਮੇਰਾ ਇਹਨਾਂ ਨੂੰ ਪਾਉਣ ਨੂੰ ਬਿਲਕੁਲ ਵੀ ਦਿਲ ਨਹੀਂ ਕਰਦਾ। ਇਹਨਾਂ ਕੱਪੜਿਆਂ ਨੇ ਤਾਂ ਮੇਰੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ। ਫਿਰ ਰੋਂਦੀ ਹੋਈ ਕੋਮਲ ਨੇ ਅਲਮਾਰੀ ਖੋਲੀ ਤੇ ਮੈਨੂੰ ਅਲਮਾਰੀ ਵਿੱਚੋਂ ਇੱਕ ਡਾਇਰੀ ਕੱਢ ਕੇ ਦਿੱਤੀ ਤੇ ਕਿਹਾ ਕਿ ਇਹ ਡਾਇਰੀ ਨੂੰ ਤੂੰ ਸਾਂਭ ਕੇ ਰੱਖੀ। ਜਦੋਂ ਮੇਰੀ ਮੌਤ ਹੋਈ ਤਾਂ ਉਸ ਤੋਂ ਬਾਅਦ ਤੂੰ ਇਹ ਡਾਇਰੀ ਮੇਰੇ ਪਾਪਾ ਨੂੰ ਦੇ ਦੇਵੀਂ। ਮੈਂ ਜਦੋਂ ਉਸਦੇ ਮੂੰਹੋਂ ਮੌਤ ਦੀ ਗੱਲ ਸੁਣੀ ਤਾਂ ਮੈਂ ਉਸ ਨੂੰ ਕਿਹਾ ਕਿ ਕੋਮਲ, ਅੱਜ ਤਾਂ ਤੇਰੀ ਉਮਰ ਬਹੁਤ ਛੋਟੀ ਹੈ, ਤੂੰ ਇਹੋ ਜਿਹੀਆਂ ਗੱਲਾਂ ਕਿਉਂ ਕਰ ਰਹੀ ਹੈ? ਜੇਕਰ ਤੈਨੂੰ ਕੋਈ ਬਿਮਾਰੀ ਹੈ ਤਾਂ ਉਸਦਾ ਇਲਾਜ ਜ਼ਰੂਰ ਹੋਵੇਗਾ। ਫਿਰ ਰੋਂਦੀ ਹੋਈ ਕੋਮਲ ਨੇ ਕਿਹਾ ਕਿ ਇਸ ਦਾ ਕੋਈ ਇਲਾਜ ਨਹੀਂ, ਇਸ ਦਾ ਸਿਰਫ ਇਲਾਜ ਮੇਰੀ ਮੌਤ ਹੀ ਹੈ। ਮੈਨੂੰ ਡਰ ਸੀ ਕਿ ਕੋਮਲ ਦਾ ਬਾਬਾ ਨਾ ਆ ਜਾਵੇ। ਮੈਂ ਕੋਮਲ ਨੂੰ ਕਿਹਾ ਕਿ ਠੀਕ ਹੈ, ਮੈਂ ਆਪਣੇ ਘਰ ਜਾਂਦੀ ਹਾਂ, ਕਿਉਂਕਿ ਜੇ ਤੇਰੇ ਬਾਬੇ ਨੂੰ ਪਤਾ ਲੱਗ ਗਿਆ ਕਿ ਮੈਂ ਤੇਰੇ ਕੋਲ ਆਈ ਹਾਂ ਤਾਂ ਉਸ ਦਾ ਗੁੱਸਾ ਬਹੁਤ ਭੈੜਾ ਹੈ। ਉਧਰੋਂ ਮੇਰੀ ਮਾਂ ਵੀ ਘਰ ਆਉਣ ਵਾਲੀ ਹੋਵੇਗੀ, ਕਿਉਂਕਿ ਮੇਰੀ ਮਾਂ ਨੇ ਵੀ ਮੈਨੂੰ ਤੁਹਾਡੇ ਘਰ ਆਉਣ ਤੋਂ ਮਨਾ ਕੀਤਾ ਸੀ। ਮੇਰੀ ਮਾਂ ਵੀ ਗੁੱਸੇ ਹੋ ਜਾਵੇਗੀ। ਮੈਂ ਕੋਮਲ ਤੋਂ ਡਾਇਰੀ ਫੜ ਕੇ ਆਪਣੀ ਚੁੰਨੀ ਵਿੱਚ ਲੁਕੋ ਲਈ ਤੇ ਜਲਦੀ ਜਲਦੀ ਆਪਣੇ ਘਰ ਆ ਗਈ। ਜਦੋਂ ਮੈਂ ਘਰ ਆਈ ਤਾਂ ਮੇਰੀ ਮਾਂ ਹਜੇ ਤੱਕ ਘਰ ਨਹੀਂ ਸੀ ਆਈ। ਮਾਂ ਨੂੰ ਘਰ ਨਾ ਆਏ ਦੇਖ ਕੇ ਮੈਂ ਸੁੱਖ ਦਾ ਸਾਹ ਲਿਆ, ਕਿਉਂਕਿ ਮਾਂ ਨੇ ਤਾਂ ਮੈਨੂੰ ਸਵਾਲਾਂ ਜਵਾਬਾਂ ਦਾ ਮੀਂਹ ਵਰਾ ਦੇਣਾ ਸੀ ਤੇ ਉਧਰੋਂ ਮੈਨੂੰ ਕੁੱਟਣਾ ਵੀ ਸੀ। ਮੈਂ ਉਹ ਡਾਇਰੀ ਪੇਟੀ ਵਿੱਚ ਡੂੰਘੀ ਲੁਕੋ ਕੇ ਰੱਖ ਦਿੱਤੀ। ਇਵੇਂ ਹੀ ਦਿਨ ਲੰਘਦੇ ਗਏ, ਪਰ ਜੋ ਕੋਮਲ ਨੇ ਮੌਤ ਬਾਰੇ ਕਿਹਾ ਸੀ ਉਹ ਗੱਲ ਮੇਰੇ ਦਿਮਾਗ ਵਿੱਚ ਘਰ ਕਰ ਗਈ ਸੀ ਕਿ ਕੋਮਲ ਮੌਤ ਨੂੰ ਕਿਉਂ ਉਡੀਕਦੀ ਹੈ, ਇਸ ਪਿੱਛੇ ਕੀ ਕਾਰਨ ਹੈ। ਇਹੀ ਸੋਚ ਸੋਚ ਕੇ ਮੈਨੂੰ ਦਿਨ ਰਾਤ ਨੀਂਦ ਨਹੀਂ ਸੀ ਆਉਂਦੀ, ਕਿਉਂਕਿ ਉਹ ਮੇਰੀ ਹੀ ਉਮਰ ਦੀ ਸੀ ਤੇ ਮੈਂ ਇਹੀ ਸੋਚਦੀ ਸੀ ਕਿ ਉਹ ਵਿਚਾਰੀ ਦੀ ਹਾਲਤ ਬਹੁਤ ਹੀ ਜ਼ਿਆਦਾ ਤਰਸਯੋਗ ਸੀ। ਉਹ ਕਿਸੇ ਨੂੰ ਆਪਣਾ ਦੁੱਖ ਵੀ ਨਹੀਂ ਸੀ ਦੱਸ ਸਕਦੀ। ਫਿਰ ਇੱਕ ਦਿਨ ਅਚਾਨਕ ਸੁਬਾਹ ਹੀ ਕੋਮਲ ਦੇ ਘਰ ਵਿੱਚੋਂ ਉਸਦੇ ਬਾਬੇ ਦੇ ਰੋਣ ਦੀ ਆਵਾਜ਼ ਆਈ। ਉਹ ਬਹੁਤ ਉੱਚੀ ਉੱਚੀ ਰੋ ਰਿਹਾ ਸੀ। ਸਾਰੇ ਮੁਹੱਲੇ ਵਾਲੇ ਭੱਜ ਕੇ ਉਹਨਾਂ ਦੇ ਘਰ ਗਏ। ਮੈਂ ਤੇ ਮੇਰੀ ਮਾਂ ਵੀ ਉਹਨਾਂ ਦੇ ਘਰ ਚਲੀਆਂ ਗਈਆਂ। ਜਦੋਂ ਦੇਖਿਆ ਤਾਂ ਕੋਮਲ ਦੀ ਮੌਤ ਹੋ ਚੁੱਕੀ ਸੀ। ਸਾਰੇ ਇਸ ਤਰ੍ਹਾਂ ਜਵਾਨ ਧੀ ਦੀ ਮੌਤ ਨੂੰ ਲੈ ਕੇ ਅਚੰਭੇ ਵਿੱਚ ਸਨ। ਇਹੀ ਸੋਚਦੇ ਸੀ ਕਿ ਇਸ ਤਰ੍ਹਾਂ ਜਵਾਨ ਧੀ ਦੀ ਕਿਵੇਂ ਮੌਤ ਹੋ ਗਈ। ਸਾਰਿਆਂ ਨੂੰ ਸ਼ੱਕ ਉਸਦੇ ਬਾਬੇ ਤੇ ਸੀ। ਫਿਰ ਮੁਹੱਲੇ ਵਿੱਚੋਂ ਹੀ ਕਿਸੇ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਸੰਸਕਾਰ ਹੋਣ ਵਾਲਾ ਸੀ ਤੇ ਉਧਰੋਂ ਪੁਲਿਸ ਆ ਗਈ। ਪੁਲਿਸ ਨੂੰ ਦੇਖ ਕੇ ਉਸਦਾ ਬਾਬਾ ਘਬਰਾ ਗਿਆ। ਉਹ ਨਹੀਂ ਸੀ ਚਾਹੁੰਦਾ ਕਿ ਉਸਦੀ ਧੀ ਦਾ ਕੋਈ ਪੋਸਟਮਾਰਟਮ ਹੋਵੇ। ਉਹ ਬਹੁਤ ਹੀ ਜ਼ਿਆਦਾ ਘਬਰਾਇਆ ਹੋਇਆ ਸੀ ਤੇ ਸਾਰਿਆਂ ਦੀ ਸ਼ੱਕ ਦੀ ਸੂਈ ਉਸਦੇ ਬਾਬੇ ਤੇ ਸੀ। ਕੋਮਲ ਦੀ ਡੈੱਡ ਬੋਡੀ ਨੂੰ ਚੁੱਕ ਕੇ ਹਸਪਤਾਲ ਲੈ ਗਏ ਤੇ ਨਾਲ ਹੀ ਉਸਦੇ ਬਾਬਾ ਨੂੰ ਵੀ ਨਾਲ ਲੈ ਗਏ। ਜਦੋਂ ਸ਼ਾਮ ਦੇ ਤਕਰੀਬਨ 4 ਵਜੇ ਤਾਂ ਉਸਦਾ ਬਾਬਾ ਖੁਸ਼-ਖੁਸ਼ ਘਰ ਵਾਪਸ ਆਇਆ। ਕੋਮਲ ਦਾ ਅੰਤਿਮ ਸੰਸਕਾਰ ਕਰ ਦਿੱਤਾ। ਸਾਰੇ ਮੁਹੱਲੇ ਵਾਲੇ ਹੈਰਾਨ ਸੀ ਕਿ ਜਵਾਨ ਧੀ ਦੀ ਮੌਤ ਤੇ ਉਸ ਨੂੰ ਕੋਈ ਗਮ ਨਹੀਂ। ਇਹ ਤਾਂ ਬਹੁਤ ਹੀ ਜ਼ਿਆਦਾ ਖੁਸ਼ ਸੀ। ਮੇਰਾ ਵੀ ਦਿਲ ਕਰਿਆ ਕਿ ਮੈਂ ਵੀ ਉਸ ਨੂੰ ਪੁੱਛਾਂ ਕਿ ਤੇਰੀ ਤਾਂ ਜਵਾਨ ਧੀ ਦੀ ਮੌਤ ਹੋ ਗਈ ਤੇ ਤੈਨੂੰ ਤਾਂ ਦੁਖੀ ਹੋਣਾ ਚਾਹੀਦਾ ਸੀ ਤੇ ਤੁਸੀਂ ਬਾਬਾ ਇਸ ਤਰ੍ਹਾਂ ਖੁਸ਼ ਕਿਉਂ? ਮੈਨੂੰ ਕੋਮਲ ਦੀ ਮੌਤ ਇੱਕ ਉਲਝਣ ਤਾਣੀ ਵਿੱਚ ਪਾ ਗਈ ਸੀ। ਸਾਰੇ ਮੁਹੱਲੇ ਵਾਲੇ ਹੈਰਾਨ ਸੀ ਕਿ ਪੁਲਿਸ ਨੇ ਉਸ ਨੂੰ ਛੱਡ ਕਿਵੇਂ ਦਿੱਤਾ। ਫਿਰ ਇੱਕ ਦਿਨ ਮੇਰੇ ਦਿਮਾਗ ਵਿੱਚ ਉਸ ਡਾਇਰੀ ਦੀ ਗੱਲ ਆਈ ਤਾਂ ਮੈਂ ਜਲਦੀ ਜਲਦੀ ਆਪਣੀ ਮਾਂ ਤੋਂ ਅੱਖ ਬੁਝਾ ਕੇ ਉਹ ਡਾਇਰੀ ਕੱਢੀ। ਉਹ ਡਾਇਰੀ ਨੂੰ ਕੋਮਲ ਨੇ ਕਿਹਾ ਸੀ ਕਿ ਮੇਰੇ ਪਾਪਾ ਨੂੰ ਹੀ ਦੇਵੀਂ। ਇਹ ਉਸਦੀ ਇਮਾਨਤ ਸੀ। ਪਹਿਲਾਂ ਤਾਂ ਮੈਂ ਉਸ ਨੂੰ ਖੋਲ ਕੇ ਪੜ੍ਹਨ ਦੀ ਕੋਸ਼ਿਸ਼ ਕਰੀ, ਪਰ ਫਿਰ ਮੇਰਾ ਦਿਲ ਨਾ ਮੰਨਿਆ ਕਿ ਨਹੀਂ, ਉਸਨੇ ਮੇਰੇ ਤੋਂ ਵਾਅਦਾ ਲਿਆ ਸੀ ਕਿ ਤੂੰ ਇਹ ਡਾਇਰੀ ਨਾ ਤਾਂ ਆਪ ਹੀ ਪੜ੍ਹੇਂਗੀ ਤੇ ਨਾ ਹੀ ਕਿਸੇ ਹੋਰ ਨੂੰ ਦੇਵੇਂਗੀ, ਸਿਰਫ ਇਹ ਡਾਇਰੀ ਮੇਰੇ ਪਾਪਾ ਨੂੰ ਹੀ ਦੇਵੇਂਗੀ। ਜਦੋਂ ਮੈਂ ਉਹ ਡਾਇਰੀ ਇੱਕ ਲਿਫਾਫੇ ਵਿੱਚ ਪਾ ਕੇ ਕੋਮਲ ਦੇ ਘਰ ਵੱਲ ਗਈ ਤਾਂ ਅੱਗੇ ਇੱਕ ਵੱਡਾ ਤਾਲਾ ਗੇਟ ਨੂੰ ਲੱਗਾ ਹੋਇਆ ਸੀ। ਮੈਂ ਜਦੋਂ ਆਂਢ ਗੁਆਂਢ ਤੋਂ ਪੁੱਛਿਆ ਤਾਂ ਉਹਨਾਂ ਨੇ ਕੁਝ ਨਾ ਦੱਸਿਆ। ਫਿਰ ਮੈਂ ਮੰਜੂ ਦੇ ਘਰ ਗਈ। ਜਦੋਂ ਮੈਂ ਮੰਜੂ ਤੋਂ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਹ 2 ਦਿਨ ਹੋ ਗਏ, ਉਹ ਤਾਂ ਸਾਰਾ ਸਮਾਨ ਚੱਕ ਕੇ ਚਲਾ ਗਿਆ। ਫਿਰ ਮੈਂ ਕਿਸੇ ਤੋਂ ਉਸ ਦੇ ਪਾਪਾ ਦਾ ਨੰਬਰ ਲਿਆ। ਜਦੋਂ ਮੈਂ ਫੋਨ ਕਰਿਆ ਤਾਂ ਉਸਨੇ ਦੱਸਿਆ ਕਿ ਮੈਂ ਤਾਂ ਸ਼ਹਿਰ ਦੇ ਦੂਜੇ ਪਾਸੇ ਇੱਕ ਵੱਡੀ ਕੋਠੀ ਖਰੀਦ ਲਈ ਹੈ। ਮੈਂ ਹੈਰਾਨ ਸੀ ਕਿ ਉਸ ਨੂੰ ਆਪਣੀ ਧੀ ਦੀ ਮੌਤ ਦਾ ਕੋਈ ਦੁੱਖ। ਉਸਦੀ ਇੱਕ ਗੱਲ ਮੈਨੂੰ ਹੋਰ ਪਰੇਸ਼ਾਨ ਕਰ ਰਹੀ ਸੀ ਕਿ ਉਸਨੇ ਉਸਦੀ ਮੌਤ ਤੋਂ ਬਾਅਦ ਹੀ ਇੱਕ ਵੱਡੀ ਕੋਠੀ ਕਿਉਂ ਖਰੀਦੀ। ਜਦੋਂ ਮੈਂ ਫਿਰ ਅਗਲੇ ਦਿਨ ਉਸ ਦੱਸੇ ਹੋਏ ਪਤੇ ਤੇ ਗਈ ਤਾਂ ਉਸਨੇ ਤਾਂ ਇੱਕ ਵਧੀਆ ਬਿਜ਼ਨਸ ਸ਼ੁਰੂ ਕਰ ਲਿਆ ਸੀ। ਜਦੋਂ ਇਸ ਗੱਲ ਦਾ ਸਾਰੇ ਮੁਹੱਲੇ ਵਾਲਿਆਂ ਨੂੰ ਪਤਾ ਲੱਗਿਆ ਤਾਂ ਉਹ ਵੀ ਇਹ ਗੱਲ ਸੁਣ ਕੇ ਹੈਰਾਨ ਰਹਿ ਗਏ ਕਿ ਉਸ ਕੋਲ ਉਸ ਕੁੜੀ ਦੇ ਮਰਨ ਤੋਂ ਬਾਅਦ ਹੀ ਇਹ ਪੈਸਾ ਕਿੱਥੋਂ ਆਇਆ। ਫਿਰ ਮੈਂ ਸੋਚਿਆ ਕਿ ਉਹ ਡਾਇਰੀ ਮੈਂ ਹੁਣ ਉਸਦੇ ਪਾਪਾ ਨੂੰ ਨਹੀਂ ਦੇਵਾਂਗੀ, ਕਿਉਂਕਿ ਮੈਂ ਜਾਣਨਾ ਚਾਹੁੰਦੀ ਸੀ ਕਿ ਉਸਦੀ ਮੌਤ ਦਾ ਕੀ ਕਾਰਨ ਸੀ, ਕਿਉਂਕਿ ਉਸਦੇ ਪਾਪਾ ਨੇ ਨਾ ਤਾਂ ਮੈਨੂੰ ਸੱਚਾਈ ਦੱਸਣੀ ਸੀ।
फिर मैं ਜਦੋਂ ਉਹ ਡਾਇਰੀ ਪੜ੍ਹੀ ਤਾਂ ਮੇਰੇ ਤਾਂ ਹੋਸ਼ ਉੱਡ ਗਏ। ਉਸ ਡਾਇਰੀ ਵਿੱਚ ਜੋ ਲਿਖਿਆ ਸੀ ਉਹ ਤਾਂ ਮੈਂ ਕਦੇ ਸੋਚਿਆ ਵੀ ਨਹੀਂ ਸੀ। ਉਸ ਡਾਇਰੀ ਵਿੱਚ ਕੋਮਲ ਨੇ ਲਿਖਿਆ ਸੀ ਕਿ ਮੈਂ ਇੱਕ ਡਾਂਸਰ ਸੀ ਤੇ ਮੈਂ ਨੱਚਣ ਗਾਉਣ ਦਾ ਕੰਮ ਕਰਦੀ ਸੀ। ਇੱਕ ਦਿਨ ਇੱਕ ਵਧੀਆ ਵੱਡੇ ਘਰ ਦਾ ਪ੍ਰੋਗਰਾਮ ਸੀ। ਜਦੋਂ ਮੈਂ ਉਸ ਪ੍ਰੋਗਰਾਮ ਤੇ ਗਈ ਤਾਂ ਉੱਥੇ ਇੱਕ ਅਮੀਰ ਆਦਮੀ ਨੇ ਮੈਨੂੰ ਪਸੰਦ ਕਰ ਲਿਆ ਤੇ ਉਸਨੇ ਮੈਨੂੰ ਆਪਣਾ ਨੰਬਰ ਦੇ ਦਿੱਤਾ ਤੇ ਕਿਹਾ ਕਿ ਜੇਕਰ ਤੂੰ ਮੇਰੇ ਨਾਲ ਗੱਲ ਕਰਨੀ ਹੋਵੇ ਤਾਂ ਇਸ ਨੰਬਰ ਤੇ ਗੱਲ ਕਰ ਲਵੀਂ ਤੇ ਮੈਂ ਤੈਨੂੰ ਪਸੰਦ ਕਰਦਾ ਹਾਂ। ਪਹਿਲਾਂ ਤਾਂ ਮੈਂ ਡਰ ਗਈ ਤੇ ਉਸ ਨੰਬਰ ਤੇ ਫੋਨ ਨਾ ਕਰਿਆ। ਮੈਨੂੰ ਉਸਦੀ ਹਰ ਵਕਤ ਯਾਦ ਆਉਂਦੀ ਸੀ ਤੇ ਉਸਨੇ ਫਿਰ ਮੇਰੇ ਮਾਲਕ ਤੋਂ ਮੇਰਾ ਐਡਰੈਸ ਪਤਾ ਕਰ ਲਿਆ। ਫਿਰ ਉਹ ਅਮੀਰ ਆਦਮੀ ਇੱਕ ਦਿਨ ਮੇਰੇ ਕੋਲ ਆਪ ਚੱਲ ਕੇ ਆਇਆ ਤੇ ਉਸਨੇ ਮੈਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਲਿਆ। ਮੈਂ ਵੀ ਉਸਦੀ ਧਨ ਦੌਲਤ ਦੇਖ ਕੇ ਉਸਦੇ ਜਾਲ ਵਿੱਚ ਫਸ ਗਈ। ਉਹ ਮੈਨੂੰ ਵਧੀਆ ਤੋਂ ਵਧੀਆ ਕੱਪੜੇ ਲਿਆ ਕੇ ਦਿੰਦਾ ਸੀ ਤੇ ਕੀਮਤੀ ਤੋਂ ਕੀਮਤੀ ਗਹਿਣੇ ਲਿਆ ਕੇ ਦੇਣ ਲੱਗਾ। ਮੇਰੇ ਬਾਬਾ ਨੂੰ ਜਦੋਂ ਮੇਰੀ ਇੰਨੀ ਕਮਾਈ ਆਉਣ ਲੱਗ ਪਈ ਤਾਂ ਉਹ ਵੀ ਖੁਸ਼ ਹੋ ਗਿਆ, ਕਿਉਂਕਿ ਉਹ ਆਪ ਤਾਂ ਕੋਈ ਕੰਮ ਕਾਜ ਨਹੀਂ ਸੀ ਕਰਦਾ। ਉਸ ਨੂੰ ਤਾਂ ਵਿਹਲੇ ਬੈਠ ਕੇ ਖਾਣ ਦੀ ਆਦਤ ਸੀ। ਉਸਨੇ ਮੇਰੇ ਤੋਂ ਕਦੇ ਵੀ ਨਹੀਂ ਸੀ ਪੁੱਛਿਆ ਕਿ ਹੁਣ ਤੇਰੇ ਕੋਲ ਇੰਨਾ ਪੈਸਾ ਕਿੱਥੋਂ ਆਉਂਦਾ ਹੈ। ਫਿਰ ਇੱਕ ਦਿਨ ਉਸਨੇ ਮੈਨੂੰ ਹੀਰਿਆਂ ਦੀ ਮਾਲਾ ਦਿੱਤੀ ਤੇ ਕਿਹਾ ਕਿ ਅੱਜ ਤੋਂ ਤੂੰ ਇਸ ਜਾਇਦਾਦ ਦੀ ਮਾਲਕਣ ਹੈ। ਮੈਨੂੰ ਆਪਣੀ ਹਵਸ ਦਾ ਉਸਨੇ ਸ਼ਿਕਾਰ ਬਣਾ ਲਿਆ। ਉਹ ਹਰ ਰੋਜ਼ ਮੈਨੂੰ ਆਪਣੇ ਕੋਲ ਬੁਲਾਉਂਦਾ ਸੀ ਤੇ ਮੈਂ ਮਜਬੂਰ ਸੀ, ਕਰ ਵੀ ਕੁਝ ਨਹੀਂ ਸੀ ਸਕਦੀ। ਫਿਰ ਇੱਕ ਦਿਨ ਜਦੋਂ ਮੈਨੂੰ ਪਤਾ ਲੱਗਾ ਕਿ ਮੈਂ ਪ੍ਰੈਗਨੈਂਟ ਹਾਂ ਤਾਂ ਮੈਂ ਉਸ ਨੂੰ ਆਪਣੇ ਪ੍ਰੈਗਨੈਂਟ ਦੀ ਗੱਲ ਦੱਸੀ ਤੇ ਕਿਹਾ ਕਿ ਹੁਣ ਤਾਂ ਤੂੰ ਮੇਰੇ ਨਾਲ ਵਿਆਹ ਕਰਵਾ ਲੈ, ਕਿਉਂਕਿ ਹੁਣ ਤੇ ਮੇਰੇ ਪੇਟ ਵਿੱਚ ਤੇਰਾ ਬੱਚਾ ਪਲ ਰਿਹਾ ਹੈ। ਪਰ ਜਦੋਂ ਮੈਂ ਉਸ ਨੂੰ ਇਹ ਗੱਲ ਦੱਸੀ ਤਾਂ ਉਹ ਤਾਂ ਬਿਲਕੁਲ ਹੀ ਮੁੱਕਰ ਗਿਆ, ਦੇਖ ਕੇ ਕਹਿਣ ਲੱਗਾ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਵਾ ਸਕਦਾ। ਫਿਰ ਉਸਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰੀ, ਪਰ ਮੈਂ ਉੱਥੋਂ ਭੱਜ ਕੇ ਨਿਕਲ ਆਈ। ਜਦੋਂ ਇਸ ਸਾਰੀ ਗੱਲ ਦਾ ਮਾਲਕ ਨੂੰ ਪਤਾ ਲੱਗਿਆ ਤਾਂ ਮੇਰਾ ਮਾਲਕ ਵੀ ਮੇਰੇ ਤੇ ਬੇਈਮਾਨ ਹੋ ਗਿਆ। ਜਦੋਂ ਉਸ ਨੂੰ ਹੀਰਿਆਂ ਦੀ ਮਾਲਾ ਦਾ ਪਤਾ ਲੱਗਾ ਤਾਂ ਉਸਨੇ ਮੇਰੇ ਤੋਂ ਹੀਰਿਆਂ ਦੀ ਮਾਲਾ ਖੋਹਣ ਦੀ ਕੋਸ਼ਿਸ਼ ਕਰੀ। ਉਹ ਮਾਲਾ ਮੈਂ ਆਪਣੇ ਪੇਟ ਵਿੱਚ ਨਿਗਲ ਗਈ ਤੇ ਪਾਣੀ ਨਾਲ ਮੈਂ ਉਹ ਹੀਰੇ ਆਪਣੇ ਅੰਦਰ ਸੁੱਟ ਲਏ। ਜਦੋਂ ਤੋਂ ਉਹ ਹੀਰੇ ਮੇਰੇ ਪੇਟ ਵਿੱਚ ਸੀ, ਮੇਰੇ ਪੇਟ ਵਿੱਚ ਬਹੁਤ ਦਰਦ ਰਹਿੰਦਾ ਸੀ। ਮੈਨੂੰ ਹੁਣ ਪਤਾ ਸੀ ਕਿ ਮੇਰੀ ਮੌਤ ਹੋ ਜਾਵੇਗੀ। ਦੂਸਰੇ ਪਾਸੇ ਮੇਰੇ ਪੇਟ ਵਿੱਚ ਜੋ ਬੱਚਾ ਪਲ ਰਿਹਾ ਸੀ, ਇਸ ਗੱਲ ਦਾ ਪਤਾ ਮੇਰੇ ਬਾਬਾ ਨੂੰ ਲੱਗ ਗਿਆ ਸੀ। ਇਸ ਕਰਕੇ ਉਹ ਮੈਨੂੰ ਘਰੋਂ ਬਾਹਰ ਨਹੀਂ ਸੀ ਜਾਣ ਦਿੰਦਾ। ਉਹ ਮੇਰੇ ਤੇ ਪੂਰੀ ਨਿਗਰਾਨੀ ਰੱਖਦਾ ਸੀ। ਜਦੋਂ ਮੈਂ ਇਹ ਸਾਰੀ ਕਹਾਣੀ ਕੋਮਲ ਦੀ ਉਸ ਡਾਇਰੀ ਵਿੱਚੋਂ ਪੜ੍ਹੀ ਤਾਂ ਮੈਨੂੰ ਪਤਾ ਲੱਗਾ ਸੀ ਕਿ ਪੋਸਟਮਾਰਟਮ ਤੋਂ ਬਾਅਦ ਉਹ ਹੀਰਿਆਂ ਵਾਲੀ ਮਾਲਾ ਪੁਲਿਸ ਦੇ ਹੱਥ ਵਿੱਚ ਲੱਗ ਗਈ ਤੇ ਅੱਧੇ ਹੀਰੇ ਪੁਲਿਸ ਨੇ ਆਪ ਰੱਖ ਲਏ ਤੇ ਅੱਧੇ ਉਸਦੇ ਪਾਪਾ ਨੂੰ ਦੇ ਦਿੱਤੇ। ਹੁਣ ਮੈਨੂੰ ਪਤਾ ਸੀ ਕਿ ਉਹ ਹੁਣ ਅਮੀਰ ਕਿਉਂ ਬਣ ਗਿਆ, ਕਿਉਂਕਿ ਉਹ ਹੀਰਿਆਂ ਦੇ ਕਾਰਨ ਹੀ ਅਮੀਰ ਹੋ ਗਿਆ ਸੀ ਤੇ ਉਹ ਆਪਣੀ ਧੀ ਦੀ ਮੌਤ ਤੋਂ ਇਸ ਕਰਕੇ ਖੁਸ਼ ਸੀ ਕਿਉਂਕਿ ਉਹ ਕੁਆਰੀ ਹੀ ਮਾਂ ਬਣ ਗਈ ਸੀ। ਉਸਦੇ ਪੇਟ ਵਿੱਚ 3.5 ਮਹੀਨਿਆਂ ਦਾ ਬੱਚਾ ਪਲ ਰਿਹਾ ਸੀ। ਇਸ ਗੱਲ ਦਾ ਪਤਾ ਮੈਨੂੰ ਥਾਣੇ ਵਿੱਚੋਂ ਲੱਗਾ, ਪਰ ਕੋਮਲ ਦੀ ਮੌਤ ਮੈਨੂੰ ਸਦਮੇ ਵਿੱਚ ਪਾ ਗਈ। ਸੋਹਣੀ ਸੁਨੱਖੀ ਕੁੜੀ ਦੀ ਜ਼ਿੰਦਗੀ ਕਿਵੇਂ ਬਰਬਾਦ ਹੋ ਗਈ। ਹਾਂਜੀ ਦੋਸਤੋ, ਤੁਹਾਨੂੰ ਅੱਜ ਦੀ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ? ਕਈ ਵਾਰ ਲਾਲਚ ਆਪਾਂ ਨੂੰ ਆਪਣੀ ਮੌਤ ਤੱਕ ਲੈ ਜਾਂਦਾ ਹੈ। ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ। ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ। ਮਿਲਾਂਗੇ ਜੀ ਕਿਸੇ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।